ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਮਨਪ੍ਰੀਤ ਜੀ, ਨੌਵਾਂ ਬਜਟ ਤੁਹਾਡੀ ਜ਼ਿੰਦਗੀ ਦਾ ਨੌਵਾਂ ਬਜਟ ਹੈ, ਲੱਗਦਾ ਹੈ ਕਿ ਜਨਤਾ ਦੀ ਉਮੀਦਾਂ ਤੇ ਖਰਾ ਉਤਰਨ ਵਾਲਾ ਬਜਟ ਹੈ? ਦੇਖੋ, ਕਿਸੇ ਵੀ ਹਾਲਾਤ ਦੇ ਵਿੱਚ ਸੰਤੁਸ਼ਟ ਹੋ ਕੇ ਬੈਠ ਜਾਣਾ ਇਹ ਤਾਂ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਨਹੀਂ ਹੁੰਦੀ। ਔਰ ਪੰਜਾਬ ਦੀ ਜਿਹੜੀ ਇਹ ਪਵਿੱਤਰ ਧਰਤੀ ਹੈ, ਇਹ ਬਿਹਤਰ ਦੀ ਹੱਕਦਾਰ ਹੈ। ਔਰ ਬਹੁਤ ਸਾਰੀਆਂ ਜਿਹੜੀਆਂ ਮੰਜ਼ਿਲਾਂ ਨੇ ਉਹ ਪੰਜਾਬ ਦੇ ਕਦਮਾਂ ਦੇ ਮੁੰਤਜ਼ਰ ਹੈ। ਸੋ ਜੇ ਤੁਸੀਂ ਕਹਿਣਾ ਕਿ ਜੇ ਤੇਰੀ ਸੰਤੁਸ਼ਟੀ ਹੈ ਤਾਂ ਮੈਂ ਨਹੀਂ ਕਹੂੰਗਾ ਕਿ ਇਹਦੇ 'ਚ ਮੇਰੀ ਸੰਤੁਸ਼ਟੀ ਹੈ, ਪਰ ਜਿੰਨੀ ਪਰਮਾਤਮਾ ਨੇ ਅਕਲ ਦਿੱਤੀ ਸੀ ਮੈਂ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਖਾਸ ਕਰਕੇ ਜਿਹੜੇ ਤੁਹਾਡੇ ਸੁਣਨ ਵਾਲੇ ਹੈ, ਕਿਉਂਕਿ ਇਨਸਾਨ ਦੀ ਯਾਦਾਸ਼ਤ ਬੜੀ ਕਮਜ਼ੋਰ ਹੁੰਦੀ ਹੈ। ਜਿਨ੍ਹਾਂ ਹਾਲਾਤਾਂ ਦੇ ਵਿੱਚ 2017 'ਚ ਕਾਂਗਰਸ ਪਾਰਟੀ ਨੇ, ਕੈਪਟਨ ਸਾਹਿਬ ਨੇ ਸਰਕਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ, ਤੁਹਾਡੇ ਸੁਣਨ ਵਾਲੇ ਤਾਂ ਭੁੱਲ ਗਏ ਹੋਣੇ ਹੈ ਕਿ 31,000 ਕਰੋੜ ਦਾ CCL ਲਿਮਿਟ ਦਾ ਜਿਹੜਾ ਉਹਨੂੰ ਡੈਟ ਦੇ ਵਿੱਚ ਕਨਵਰਟ ਕਰਕੇ ਕਰਜ਼ੇ ਦੇ ਵਿੱਚ, ਸੋ ਇੱਕ ਲੋਕਾਂ ਦੀ ਆਸ ਤੇ ਉਮੀਦ ਨਾਲ ਬਣੀ ਹੋਈ ਸਰਕਾਰ, ਔਰ ਪਹਿਲੇ ਦਿਨ ਉਹਦੇ ਨਾਂ 38 ਜਾਂ 39,000 ਕਰੋੜ ਦਾ ਕਰਜ਼ਾ ਚੜ੍ਹ ਜੇ, ਔਰ ਉਸ ਕਿਸ਼ਤੀ ਨੂੰ ਕਿਨਾਰਾ ਕਿਵੇਂ ਦੇਣਾ ਉਸ ਤੂਫਾਨ 'ਚੋਂ। ਪਹਿਲਾਂ ਤਾਂ ਤੁਸੀਂ ਇਹ ਸਾਰਾ ਮੰਜ਼ਰ ਦੇਖੋ। ਔਰ ਜਿਹੜਾ ਬਜਟ ਹੁੰਦਾ ਹੈ, ਬਜਟ 1 ਜਾਂ 2 ਨਹੀਂ ਹੁੰਦੇ, ਇਹ ਦਰਅਸਲ 5 ਸਾਲਾਂ ਦਾ ਸਫ਼ਰ ਹੁੰਦਾ ਹੈ। ਔਰ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਹੈ ਇਹ ਉਹਦੀ ਵੀ ਅਕਾਸੀ ਕਰਦਾ ਹੈ। ਔਰ ਇਹ ਜਿਹੜੇ 5 ਸਾਲ ਗੁਜ਼ਰੇ ਹੈ, ਔਰ ਪਤਾ ਨਹੀਂ ਤੁਹਾਡੇ ਸੁਣਨ ਵਾਲੇ ਮੇਰੀ ਗੱਲ ਨੂੰ ਸੱਚ ਮੰਨਣਗੇ ਕਿ ਨਹੀਂ, ਕਿ ਇਨਸਾਨੀ ਤਵਾਰੀਖ ਦੇ ਵਿੱਚ ਕੋਈ ਐਸੀ ਮਿਸਾਲ ਨਹੀਂ ਮਿਲਦੀ ਜਿਹੜੀ ਆ ਕੋਵਿਡ ਜਾਂ ਜਿਹੜੀ ਇਹ ਮਹਾਮਾਰੀ ਹੈ। ਔਰ ਵੱਡੇ ਵੱਡੇ ਖੱਬੀ ਖਾਨ ਜਿਹੜੇ ਮੁਲਕ ਸੀਗੇ, ਭਾਵੇਂ ਅਮਰੀਕਾ, ਇੰਗਲੈਂਡ, ਫਰਾਂਸ, ਇਟਲੀ, ਇਹ ਵੀ ਲੜਖੜਾ ਗਏ। ਬਾਵਜੂਦ ਇਹਨਾਂ ਸਾਰੇ ਸਰਕਮਸਟਾਂਸਿਸ ਦੇ ਅੱਜ ਪੰਜਾਬ ਨੂੰ ਅਸੀਂ ਇਸ ਹੈਸੀਅਤ ਤੇ ਔਕਾਤ ਦੇ ਵਿੱਚ ਲੈ ਆਏ ਹਾਂ ਕਿ ਜਿਹੜੀਆਂ ਸਾਡਾ ਸੋਸ਼ਲ ਸੈਕਟਰ ਹੈ, ਹੈਲਥ ਔਰ ਐਜੂਕੇਸ਼ਨ, ਜਿਹੜੀਆਂ ਸਾਡੀਆਂ ਵੈਲਫੇਅਰ ਸਕੀਮਸ ਹੈ, ਔਰ ਜਿਹੜਾ ਪੰਜਾਬ ਦੇ ਵਿੱਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਕਿਸਾਨ ਖੁਦ ਕਫੀਲ ਹੋਵੇ, ਮਜ਼ਦੂਰ ਆਪਣੇ ਪੈਰਾਂ 'ਤੇ ਖੜਾ ਹੋਵੇ, ਬੱਚੇ ਜਿਹੜੇ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ, ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਉਹ ਬਹਾਰਾਂ ਇੱਕ ਵਾਰੀ ਫੇਰ ਪੰਜਾਬ ਵਾਪਸ ਲੌਟ ਕੇ ਆਉਣ। ਔਰ ਇਹ ਪਰਮਾਤਮਾ ਦਾ ਔਰ ਕੁਦਰਤ ਦਾ ਪੰਜਾਬ ਦੀ ਧਰਤੀ 'ਤੇ ਖਾਸ ਕਰਮ ਹੈ। ਮੈਂ ਬੜੇ ਜਲਸਿਆਂ 'ਚ ਇਹ ਗੱਲ ਕਹੀ ਹੈ, ਵਿਧਾਨ ਸਭਾ 'ਚ ਵੀ ਗੱਲ ਕਹੀ ਹੈ ਕਿ ਪੰਜਾਬ ਜਿਹੜਾ ਹੈ, ਕੁਦਰਤ ਨੇ ਇਹਦੇ ਵਾਸਤੇ ਇੱਕ ਖਾਸ ਤਕਦੀਰ ਲਿਖੀ ਹੈ। ਪੰਜਾਬ ਇੱਕ ਮੁਨੱਵਰ ਤਕਦੀਰ ਰੱਖਦਾ ਹੈ। ਕੁਦਰਤ ਇਹਦੇ ਰਸਤੇ ਦੇ ਕੰਢੇ ਆਪ ਹੀ ਚੁਗ ਲੈਂਦੀ ਹੈ। ਵਰਨਾ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਸੂਬਾ 1947 'ਚ 2 ਲੱਖ ਹੋ ਗਿਆ ਹੋਵੇ, ਜਿਹੜਾ 1966 ਦੇ ਵਿੱਚ 2 ਲੱਖ ਹੋ ਗਿਆ ਹੋਵੇ, ਜਿਹਨੇ ਐਡਾ ਵੱਡਾ ਜਿਹੜਾ ਸਿਆ ਦੌਰ ਸੀ 80 ਦੇ ਦਹਾਕੇ 90 ਦੇ, ਉਹ ਬਰਦਾਸ਼ਤ ਕੀਤਾ ਹੋਵੇ। ਸੋ ਅਸੀਂ ਇਹਨਾਂ 4 ਸਾਲਾਂ 'ਚ ਆਪਣੀਆਂ ਕਮਿਟਡ ਲਾਇਬਿਲਿਟੀਜ਼ ਪੂਰੀਆਂ ਕੀਤੀਆਂ। ਔਰ ਅੱਜ ਮੈਨੂੰ ਲੱਗਦਾ ਪਹਿਲੀ ਮਰਤਬਾ ਹੋਇਆ ਹੈ ਪੰਜਾਬ ਦੀ ਹਿਸਟਰੀ 'ਚ ਕਿ ਅਸੀਂ ਕੈਪੀਟਲ ਐਕਸਪੈਂਡੀਚਰ 14,000 ਕਰੋੜ ਰੱਖਿਆ। ਬਾਵਜੂਦ ਇਸ ਦੇ ਕਿ 9,000 ਕਰੋੜ ਸਾਨੂੰ ਜਿਹੜੀ ਪੇ ਕਮਿਸ਼ਨ ਹੈ, ਪੇ ਕਮਿਸ਼ਨ ਦਾ ਵੀ ਉਹਦੇ ਵਿੱਚ ਸਾਨੂੰ ਫੈਕਟਰ ਕਰਨਾ ਪਿਆ। ਔਰ ਮੇਰੇ ਵਾਸਤੇ ਤਾਂ ਇਹ ਬੜਾ ਸੌਖਾ ਹੋਣਾ ਸੀ ਕਿ ਐਤਕੀ ਬਜਟ ਹੀ ਸਰਪਲਸ ਦੇ ਦਿੰਦੇ, 14,000 ਕਰੋੜ ਦੀ ਬਜਾਏ 6,000 ਕਰੋੜ ਦਾ ਕੈਪੀਟਲ ਐਕਸਪੈਂਡੀਚਰ ਦੇ ਦਿੰਦੇ। ਔਰ ਮੈਂ ਚਾਹੁੰਦਾ ਵੀ ਇਹ ਸੀਗਾ ਕਿ ਐਤਕੀ ਸਰਪਲਸ ਹੋਣ ਦਿਓ। ਪਰ ਜਿਹੜੇ ਮੇਰੇ ਨਾਲ ਇਕੋਨੋਮਿਸਟ ਕੰਮ ਕਰਦੇ ਆ, ਉਹਨਾਂ ਨੇ ਮੈਨੂੰ ਸਮਝਾਇਆ ਕਿ ਮਨਪ੍ਰੀਤ, ਮੰਦੇ ਦਾ ਦੌਰ ਚੱਲ ਰਿਹਾ, ਔਰ ਮੰਦੇ ਦੇ ਦੌਰ ਦੇ ਵਿੱਚ ਇਹ ਬੇਵਕੂਫੀ ਹੋਏਗੀ ਕਿ ਜੇ ਸਰਕਾਰ ਸਰਕਾਰੀ ਸਪੈਂਡਿੰਗ ਨਾ ਕਰੇ, ਮਤਲਬ ਸਰਕਾਰੀ ਜੇ ਖਰਚੇ ਹੋਣਗੇ ਉਹਦੇ ਨਾਲ ਕਾਰੋਬਾਰ ਦਾ ਪਹੀਆ ਜਾਂ ਕੋਈ ਦੁਕਾਨਦਾਰ ਦਾ ਜਾਂ ਠੇਕੇਦਾਰ ਦਾ ਜਾਂ ਮਜ਼ਦੂਰ ਦਾ, ਗਵਰਨਮੈਂਟ ਸਪੈਂਡਿੰਗ ਜ਼ਰੂਰੀ ਹੈ। ਔਰ ਇਸ ਵਜ੍ਹਾ ਨਾਲ, ਔਰ ਤੁਸੀਂ ਦੇਖੋ ਵੀ ਹਰ ਲਿਹਾਜ਼ ਨਾਲ ਜਿਹੜਾ ਇਹ ਬਜਟ ਹੈ, ਜਿਹੜਾ ਇਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਜਿਹੜੇ ਨੁਕਤਾਚੀਨੀ ਵੀ ਕਰਦੇ ਹੈ ਕਿ ਇਲੈਕਸ਼ਨ ਕਰਕੇ ਹੋਇਆ ਜਾਂ ਵਰਨਾ, ਮੈਂ ਇੱਕ ਪਿੰਡ 'ਚ ਮੇਰਾ ਜਨਮ ਹੋਇਆ, ਮੈਂ ਪਿੰਡ 'ਚ ਹੀ ਜਵਾਨ ਹੋਇਆ, ਔਰ ਮੈਂ ਸਿਆਸਤ ਵੀ ਦਿਹਾਤ ਦੀ ਕੀਤੀ ਹੈ। ਤੁਸੀਂ ਸੋਚ ਨਹੀਂ ਸਕਦੇ ਕਿ ਪੰਜਾਬ ਦੇ ਵਿੱਚ ਪਿੰਡਾਂ 'ਚ ਐਸੇ ਮੁਹੱਲੇ ਹੈ, ਐਸੀਆਂ ਬਸਤੀਆਂ ਆਬਾਦੀਆਂ ਜਿੱਥੇ ਲੋਕਾਂ ਦੀ ਜੇਬ 'ਚ 10 ਰੁਪਏ ਵੀ ਹੈ ਨਹੀਂ, ਔਰ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਉਹ ਜਿਹੜਾ 750 ਰੁਪਇਆ ਆਉਂਦਾ ਮਹੀਨੇ ਦਾ।
ਔਰ ਉਸ ਬਾਪ ਦਾ ਦਿਲ ਹੀ ਜਾਣਦਾ ਹੈ ਜਿਹਨੇ ਆਪਣੀ ਬੇਟੀ ਦੇ ਹੱਥ ਪੀਲੇ ਕਰਨੇ ਹੁੰਦੇ ਆ, ਬੇਟੀ ਦੇ ਸਿਰ ਤੇ ਵਾਲ ਚਿੱਟੇ ਆਉਣ ਲੱਗ ਜਾਂਦੇ ਆ, ਔਰ ਉਹ ਕਿਵੇਂ ਵਿਦਾ ਕਰੂਗਾ ਆਪਣੀ ਬੇਟੀ ਨੂੰ, ਇਹ ਉਹ ਬਾਪ ਦਾ ਦਿਲ ਹੀ ਜਾਣ ਸਕਦਾ ਹੈ। ਇਸ ਕਰਕੇ ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਪੰਜਾਬ ਦੇ ਖਜ਼ਾਨੇ ਦੇ ਸਭ ਤੋਂ ਵੱਡਾ ਅਧਿਕਾਰ ਕਿਸ ਇਨਸਾਨ ਦਾ ਹੈ? ਜਿਹੜਾ ਸਭ ਤੋਂ ਜ਼ਿਆਦਾ ਗਰੀਬ ਹੈ, ਜਿਹੜਾ ਉਹ ਜਿਵੇਂ ਫਰਸਟ ਲੀਅਨ ਜਾਂ ਫਰਸਟ ਚਾਰਜ ਹੁੰਦਾ ਹੈ, ਉਹ ਗਰੀਬਾਂ ਦਾ, ਬੇਬਸਾਂ ਦਾ, ਮਸਕੀਨਾਂ ਦਾ ਹੁੰਦਾ ਹੈ। ਸੋ ਕੋਸ਼ਿਸ਼ ਇਹੀ ਕੀਤੀ ਹੈ ਵੀ ਸਾਰੀ ਚੀਜ਼ ਨੂੰ ਬੈਲੈਂਸ ਕਰਕੇ ਔਰ ਇਹ ਬਜਟ ਜਿਹੜਾ ਪੇਸ਼ ਕੀਤਾ ਜਾਵੇ। ਮਨਪ੍ਰੀਤ ਜੀ, ਤੁਸੀਂ ਗੱਲ ਕੀਤੀ ਬੁਢਾਪਾ ਪੈਨਸ਼ਨ ਦੀ, ਅੰਤ ਦੇ ਵਿੱਚ ਜਿਹੜੀ ਸਾਡੀ ਗੱਲ ਹੋਈ 750 ਰੁਪਏ, ਜਿਹੜੀ ਹੁਣ ਕਿਤੇ ਨਾ ਕਿਤੇ 1500 ਰੁਪਏ ਹੁੰਦੀ ਨਜ਼ਰ ਆਊਗੀ। ਤੁਸੀਂ ਗੱਲ ਕੀਤੀ ਸ਼ਗਨ ਸਕੀਮ ਦੀ, ਲੇਕਿਨ ਲੋਕਾਂ ਨੂੰ ਉਮੀਦ ਸੀ ਕਿ ਆ ਪੈਨਸ਼ਨ ਪਹਿਲੇ ਸਾਲ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਬਣੀ ਉਸੇ ਸਮਾਂ ਵੱਧ ਜਾਂਦੀ ਤੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਆ ਜਿਹੜੀ ਸ਼ਗਨ ਸਕੀਮ ਦੀ ਤੁਸੀਂ ਗੱਲ ਕੀਤੀ, ਅਗਰ ਇਹ ਵੱਧ ਕੇ ਮਿਲਦੇ ਤਾਂ ਜ਼ਿਆਦਾ ਫਾਇਦਾ ਹੁੰਦਾ, ਕਿਉਂਕਿ ਅੱਜ ਦੋ ਤਸਵੀਰਾਂ ਵੇਖਣ ਨੂੰ ਮਿਲੀਆਂ। ਜਦੋਂ ਤੁਸੀਂ ਬਜਟ ਵੀ ਪੇਸ਼ ਕਰ ਰਹੇ ਸੀ, ਪਹਿਲੀ ਤਸਵੀਰ ਸੀ ਸੈਕਟਰੀਏਟ ਦੇ ਕਰਮਚਾਰੀਆਂ ਦੀ, ਜਿਹੜੇ ਵਿਧਾਨ ਸਭਾ ਦਾ ਘਿਰਾਵ ਕਰਕੇ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਏ ਔਰ ਤੁਹਾਡੀ ਸਰਕਾਰ ਤੇ ਆਰੋਪ ਲਾਉਂਦੇ ਨਜ਼ਰ ਆਏ ਕਿ ਡੀਏ ਦੀ ਕਿਸ਼ਤਾਂ ਨਹੀਂ ਦਿੱਤੀਆਂ, ਇਹ ਕਹਿੰਦੇ ਨਜ਼ਰ ਆਏ ਪੇ ਸਕੇਲ ਜਿਹੜਾ ਉਹ ਉਹਨਾਂ ਨੂੰ ਹੀ ਮਿਲਦਾ ਨਜ਼ਰ ਆਇਆ। ਦੂਜੀ ਤਸਵੀਰ ਸੀ ਪਟਿਆਲੇ ਦੀ, ਜਿੱਥੇ ਅਧਿਆਪਕ ਜਿਹੜੇ ਨੇ, ਅੱਜ ਵੂਮੈਨਸ ਡੇ ਦੇ ਉੱਪਰ ਮਹਿਲਾ ਟੀਚਰਾਂ ਦੇ ਉੱਪਰ ਲਾਠੀ ਚਾਰਜ ਹੋਇਆ, ਵਾਟਰ ਕੈਨਨ ਦੀ ਬੌਛਾਰਾਂ ਹੋਈਆਂ। ਤੇ ਇਸ ਮਾਹੌਲ ਦੇ ਵਿੱਚ ਕਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਜਨਤਾ ਦੀ ਉਮੀਦਾਂ ਜਿਹੜੀਆਂ ਉਹਨਾਂ ਤੇ ਖਰਾ ਉਤਰਨ 'ਚ ਤੁਸੀਂ ਸક્ષਮ ਹੋ ਪਾਏ ਹੋ? ਕਿਉਂਕਿ ਲੋਕ ਹਜੇ ਵੀ ਕਹਿ ਰਹੇ ਨੇ ਕਿ ਬਹੁਤ ਕੁਝ ਕਰਨ ਦੀ ਲੋੜ ਸੀ, ਹਜੇ ਵੀ ਕਿਸਾਨ ਕਹਿ ਰਹੇ ਨੇ ਸਾਡੇ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਕਿਆ ਮੰਨਦੇ ਹੋ ਕਿ ਸਾਰਿਆਂ ਲਈ, ਹਰ ਇੱਕ ਤਬਕੇ ਲਈ ਉਹ ਕੰਮ ਕਰ ਪਾਏ ਹੋ ਜਿਸ ਲਈ ਉਹਨਾਂ ਨੇ ਤੁਹਾਨੂੰ ਸੱਤਾ ਦੇ ਵਿੱਚ ਭੇਜਿਆ ਸੀ? ਪਹਿਲਾਂ ਤਾਂ ਮੈਂ ਜਿਹੜੀ ਤਮੀਦ ਬੰਨੀ ਸੀ ਆਪਣੇ ਇੰਟਰਵਿਊ ਦੀ ਕਿ 38,000 ਕਰੋੜ ਰੁਪਇਆ ਇਹਦਾ ਖਸਾਰਾ ਇਹਦਾ ਕੌਣ ਦੇਗਾ? ਔਰ ਤੁਹਾਡੇ ਇਹ ਤਾਂ ਲੋਕ ਭੁੱਲ ਗਏ ਕਿ 31,000 ਕਰੋੜ ਡੈਟ 'ਚ ਆਇਆ ਸੀ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ 31,000 ਕਰੋੜ ਹੈ ਇਹ 57,000 ਕਰੋੜ ਦੀ ਸ਼ਕਲ 'ਚ, ਕਿਉਂਕਿ ਇਹ ਤੇ ਸੂਦ ਵੀ ਲੱਗਣਾ ਨਾ ਜੀ, 57,000 ਕਰੋੜ ਦੀ ਸ਼ਕਲ 'ਚ ਵਾਪਸ ਕਰਨਾ। ਔਰ ਇਹ ਜਿਹੜੀਆਂ ਕਮਿਟਡ ਲਾਇਬਿਲਿਟੀਜ਼ ਹੈ ਸਟੇਟ ਦੀਆਂ, ਕਿ ਉਹਦਾ ਫਿਰ ਅਸੀਂ ਉਹਦਾ ਮਤਲਬ ਅਸੀਂ ਇੱਕ ਦਿਨ ਵੀ ਡਿਫਾਲਟ ਨਹੀਂ ਕੀਤਾ, ਓਵਰਡਰਾਫਟ 'ਚ ਨਹੀਂ ਜਾਣ ਦਿੱਤਾ, ਡਬਲ ਓਵਰਡਰਾਫਟ 'ਚ ਨਹੀਂ ਜਾਣ ਦਿੱਤਾ। ਜਿੱਥੋਂ ਤੱਕ ਮੁਲਾਜ਼ਮਾਂ ਦੀ ਗੱਲ ਹੈ, ਪੇ ਕਮਿਸ਼ਨ ਜਿਹੜੀ ਹੈ ਉਹ ਬਣੀ ਸੀ, ਜਦੋਂ ਪੇ ਕਮਿਸ਼ਨ ਦੀ ਰਿਪੋਰਟ ਹੀ ਨਹੀਂ ਆਈ ਤਾਂ ਫਿਰ ਉਹਨਾਂ ਨਾਲ ਅਸੀਂ ਹੋਰ ਕੀ ਕਰ ਸਕਦੇ ਹਾਂ? ਔਰ ਮੈਂ ਅੱਜ ਬਜਟ 'ਚ ਕਹਿਤਾ ਹੈ ਕਿ 1 ਜੁਲਾਈ ਤੋਂ ਪੇ ਕਮਿਸ਼ਨ ਦੀ ਰਿਪੋਰਟ ਜੋ ਵੀ ਆਏਗੀ ਅਸੀਂ ਉਹ ਲਾਗੂ ਕਰ ਦਾਂਗੇ। ਜਿਹੜੇ ਉਹਨਾਂ ਦੇ ਕੋਈ ਬਕਾਏ ਹੈ DAVA ਦੇ, ਉਹ ਅਸੀਂ ਕਿਸ਼ਤਾਂ ਦੇ ਵਿੱਚ ਉਹਨਾਂ ਨੂੰ ਮੋੜ ਦਾਂਗੇ। ਪਹਿਲੀ ਕਿਸ਼ਤ ਅਕਤੂਬਰ 'ਚ ਦੇ ਦਾਂਗੇ, ਦੂਜੀ ਕਿਸ਼ਤ ਜਨਵਰੀ 'ਚ ਦੇ ਦਾਂਗੇ। ਦੇਖੋ, ਇਹ ਹਰੇਕ ਦਾ ਜਮਹੂਰੀ ਹੱਕ ਹੈ, ਉਹ ਪ੍ਰੋਟੈਸਟ ਕਰ ਸਕਦੇ ਹੈ, ਪਰ ਜਿੰਨਾ ਹਾਲਾਤ ਔਰ ਇਹ ਪੰਜਾਬ ਦੇ ਹੀ ਲੋਕ ਹੈ ਜਿਨ੍ਹਾਂ ਨੂੰ ਪਤਾ ਨਹੀਂ ਕਿ ਦੁਨੀਆ ਹੀ ਬਦਲ ਗਈ। ਇੱਕ ਦੁਨੀਆ ਸੀ ਕੋਵਿਡ ਤੋਂ ਪਹਿਲਾਂ, ਇੱਕ ਦੁਨੀਆ ਕੋਵਿਡ ਤੋਂ ਬਾਅਦ, ਔਰ ਇਹ ਪੁਰਾਣੇ ਜਿਹੜੇ ਸਾਂਚੇ ਹੈ, ਇਹ ਪੁਰਾਣੇ ਸਾਂਚਿਆਂ ਨਾਲ ਇਹ ਆਪਣਾ ਪੰਜਾਬ ਨਹੀਂ ਚੱਲਣਾ। ਇਸ ਕਰਕੇ ਜ਼ਰੂਰੀ ਹੈ, ਔਰ ਕੰਪੀਟਿੰਗ ਇੰਟਰਸਟ ਹੈਗੇ ਕਿ ਤੁਸੀਂ ਕਿਹਾ ਕਿ ਕਿਸਾਨ ਕਹਿੰਦੇ ਹੋਰ ਹੋ ਜਾਣਾ ਚਾਹੀਦਾ ਸੀ, ਬਟ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੈ, ਉਹ ਪ੍ਰੋਟੈਸਟ ਕਰ ਰਹੇ ਹੈ ਕਿ ਸਾਡੀ ਹੋਰ ਤਨਖਾਹਾਂ ਹੋਰ ਵਧਾਓ। ਹਾਲਾਂਕਿ ਪੰਜਾਬ ਦੇ ਗਵਰਨਮੈਂਟ ਇੰਪਲੋਈਜ਼ ਦੀ ਸਭ ਤੋਂ ਜ਼ਿਆਦਾ ਤਨਖਾਹ ਹੈ, ਔਰ ਜੁਲਾਈ 'ਚ ਉਦੋਂ ਵੀ ਜ਼ਿਆਦਾ ਹੋ ਜਾਏਗੀ, ਪਰ ਉਹ ਦੇਣੇ ਪੈਣੇ ਹੈ। ਤੁਸੀਂ ਜਰਨਲਿਸਟ ਹੋ, ਮੈਂ ਤੁਹਾਨੂੰ ਇੱਕ ਚੈਲੰਜ ਦਿੰਦਾ ਕਿ ਤੁਸੀਂ ਇਹ ਇਨਵੈਸਟੀਗੇਟ ਕਰੋ ਕਿ ਕੋਈ ਸਟੇਟ ਹੈ ਇੰਡੀਆ ਦਾ ਜਿਹੜਾ 14,000 ਕਰੋੜ ਦੀ ਬਿਜਲੀ ਦੀ ਸਬਸਿਡੀ ਦਿੰਦਾ ਹੈ। ਵੱਡੇ ਤੋਂ ਵੱਡਾ ਮਹਾਰਾਸ਼ਟਰ ਲੈ ਲਓ, ਕਰਨਾਟਕ ਲੈ ਲਓ, 14,000 ਕਰੋੜ ਦੀ ਸਬਸਿਡੀ ਹੈ, ਕਿਸਾਨਾਂ ਨੂੰ ਵੀ ਹੈ, BC SC ਫਰੀडम ਫਾਈਟਰ ਇੰਡਸਟਰੀ, ਔਰ 14,000 ਕਰੋੜ ਦੀ ਸਬਸਿਡੀ ਲੈ ਕੇ ਵੀ ਅੱਜ ਬਿਜਲੀ ਮਹਿੰਗੀ ਹੈ, ਕਿਉਂਕਿ ਪੰਜਾਬ ਦੇ ਹਾਲਾਤ ਹੀ ਇਸ ਕਿਸਮ ਦੇ ਹੈ ਕਿ ਪੰਜਾਬ ਦਾ ਬਿਜਲੀ ਦਾ ਨਿਜ਼ਾਮ ਕੋਇਲੇ ਤੇ ਟਿਕਿਆ ਹੋਇਆ। ਕੋਇਲਾ ਬਿਹਾਰ ਤੇ ਝਾਰਖੰਡ ਤੇ ਉੜੀਸਾ ਦੀਆਂ ਖਾਨਾਂ 'ਚੋਂ ਆਉਂਦਾ। ਕੋਲਾ ਉਨਾ ਮਹਿੰਗਾ ਨਹੀਂ ਜਿੰਨਾ ਤੇ ਕਿਰਾਇਆ ਲੱਗ ਜਾਂਦਾ। ਸੋ ਮੀਡੀਅਮ ਟਰਮ ਪੰਜਾਬ ਨੂੰ ਕੋਇਲੇ ਵਾਲੀ ਬਿਜਲੀ ਤੋਂ ਆਪਣਾ ਕੰਮ ਖਤਮ ਕਰਕੇ ਗੈਸ ਜਾਂ ਸੋਲਰ ਤੇ ਆਉਣਾ ਪੈਣਾ। ਜਿੰਨੀ ਸਸਤੀ ਬਿਜਲੀ ਹੋਏਗੀ ਉਨਾ ਲੋਕ ਵੀ ਸੱਚੇ ਹੈ, ਪਰ ਸਰਕਾਰ ਦੀ ਮੈਂ ਤੁਹਾਨੂੰ ਮਜਬੂਰੀ ਦੱਸੀ ਹੈ ਕਿ ਫਿਰ ਬਿਜਲੀ ਕਿਵੇਂ ਪੈਦਾ ਕਰੀਏ।
ਜੇ ਕੋਲੇ ਨਾਲ ਨਹੀਂ ਕਰਨੀ ਤਾਂ ਫਿਰ ਕੋਈ ਬਿਜਲੀ ਦੇ ਕਾਰਖਾਨੇ ਤਾਂ ਲਾ ਨਹੀਂ ਸਕਦੇ, ਜਾਂ ਗੈਸ ਨਾਲ ਚੱਲੇਗਾ ਜਾਂ ਸੋਲਰ ਨਾਲ। ਸੋ ਇਸ ਕਿਸਮ ਦੇ ਹਾਲਾਤ ਹੈ, ਪਰ ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਵੀ ਪੰਜਾਬ ਜਿਹੜਾ ਹੈ, ਅੱਜ ਮੈਂ ਤੁਹਾਨੂੰ ਮੋਟੀ ਜੀ ਗੱਲ ਕਹਿਣਾ ਕਿ ਅਜ਼ਮਾਇਸ਼ ਦੀ ਦਲਦਲ ਚੋਂ ਪੰਜਾਬ ਨਿਕਲ ਚੁੱਕਿਆ ਹੈ। ਉਹ ਜਿਹੜੇ ਖਸਾਰੇ ਸੀ, ਜਿਹੜੇ ਸਾਨੂੰ ਵਿਰਾਸਤ 'ਚ ਮਿਲੇ, ਹੁਣ ਖੁਸ਼ ਤਾਂ ਜਿਹੜਾ ਹੈ ਧੀ ਪੁੱਤ ਵੀ ਨਹੀਂ ਹੁੰਦਾ, ਪਰ ਜਿਹੜੇ ਹਾਲਾਤ 'ਚ ਪੰਜਾਬ ਸਾਨੂੰ ਮਿਲਿਆ ਸੀ, ਔਰ ਮੈਂ ਸਮਝਦਾ ਹਾਂ ਕਿ ਕੰਟਰੋਲਰ ਐਂਡ ਆਡੀਟਰ ਜਨਰਲ ਤੋਂ ਵੱਡੀ ਕੋਈ ਹੋ ਨਹੀਂ ਸਕਦੀ। ਉਹਨਾਂ ਨੇ ਪਹਿਲੀ ਲਾਈਨ 'ਚ ਲਿਖਿਆ ਕਿ ਪੰਜਾਬ ਪਟੜੀ ਤੇ ਚੜ ਗਿਆ ਫਾਈਨੈਂਸ਼ੀਅਲੀ। ਇਸ ਤੋਂ ਵੱਡੀ ਮੈਂ ਕੀ ਔਰ ਪੰਜਾਬ ਦੀਆਂ ਕੀ ਲੈਣਦਾਰੀਆਂ ਦੇਣਦਾਰੀਆਂ, ਇਹ ਤਾਂ ਆਡਿਟ, ਕਿਉਂਕਿ ਪੰਜਾਬ ਦੇ ਜਿਹੜੇ ਅਕਾਊਂਟਸ ਹੁੰਦੇ ਪਬਲਿਕ ਮਨੀ ਹੈ ਨਾ, ਇਹ ਹਰ ਕੁਆਟਰ ਦੇ ਵਿੱਚ ਇਹਨਾਂ ਨੂੰ ਆਡਿਟ ਹੋਣਾ ਹੈ, ਹਰ ਕੁਆਟਰ ਦੇ ਵਿੱਚ ਆਡਿਟ ਦੀ ਰਿਪੋਰਟ ਆ ਜਾਣੀ ਹੈ। ਸੋ ਨਾ ਇੱਕ ਕੋਈ ਝੂਠ ਬੋਲਣਾ ਵੀ ਇਹ ਸਾਡਾ ਇਹ ਹਾਲਾਤ ਹੈ, ਇਹ ਤਾਂ ਪਬਲਿਕ ਡਾਕੂਮੈਂਟ ਹੈ, ਕੋਈ ਵੀ ਬੰਦਾ ਜਾ ਕੇ ਉੱਥੋਂ ਆਡੀਟਰ ਜਨਰਲ ਦੇ ਆਫਿਸ ਚੋਂ ਜਾਂ RTI 'ਚ ਇਹ ਲੈ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੋ ਬਿਹਤਰ ਤੋਂ ਬਿਹਤਰ ਹੋ ਸਕਦਾ ਸੀ, ਔਰ ਲੋਕ ਰਾਜ ਦੇ ਕੀ ਪੈਮਾਨੇ ਹੈ, ਲੋਕ ਰਾਜ ਦਾ ਕੀ ਤਕਾਜ਼ਾ ਹੈ। ਲੋਕ ਰਾਜ ਦਾ ਤਕਾਜ਼ਾ ਹੈ ਕਿ ਲੋਕ ਕੀ ਕਹਿੰਦੇ ਹੈ। ਮੈਂ ਆਪੋਜੀਸ਼ਨ ਇਹਨਾਂ ਦੀ ਗੱਲ ਨਹੀਂ ਕਰ ਰਿਹਾ। ਪਿਛਲੇ 4 ਸਾਲ ਗੁਜ਼ਰੇ ਹੈ, ਮਿਊਨਿਸਪਲ ਇਲੈਕਸ਼ਨ ਆਏ, ਲੋਕ ਸਭਾ ਦੇ ਇਲੈਕਸ਼ਨ ਆਏ, ਰੂਰਲ ਬਾਡੀਜ਼ ਦੇ, ਲੋਕਾਂ ਨੇ ਤਾਂ ਕਾਂਗਰਸ ਪਾਰਟੀ ਤੇ ਇਤਬਾਰ ਕੀਤਾ। ਸਰ ਤੁਹਾਨੂੰ ਰੋਕਣਾ ਚਾਹੂੰਗਾ, ਲੇਕਿਨ ਧੱਕੇਸ਼ਾਹੀ ਦੇ ਵੀ ਆਰੋਪ ਲੱਗੇ ਨੇ। ਇਹ ਵੀ ਕਿਹਾ ਗਿਆ ਕਿ ਚੋਣਾਂ ਜਿੱਤੀਆਂ ਨਹੀਂ, ਬਲਕਿ ਚੋਣਾਂ ਲੁੱਟਣ ਦਾ ਕੰਮ ਕੀਤਾ ਹੈ। ਇਹ ਵੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬੂਥ ਕੈਪਚਰਿੰਗ ਦੀ ਘਟਨਾਵਾਂ ਤੱਕ ਹੋਈਆਂ। ਇਹ ਵੀ ਤਸਵੀਰਾਂ ਆਈਆਂ ਜਿੱਥੇ ਕੈਂਡੀਡੇਟਾਂ ਨੂੰ ਪਰਚੇ ਤੱਕ ਨਹੀਂ ਭਰਨ ਦਿੱਤੇ ਗਏ। ਸਭ ਮੇਰਾ ਤਲਕ ਬਠਿੰਡੇ ਨਾਲ ਹੈ, ਔਰ ਬਠਿੰਡੇ ਦੇ ਵਿੱਚ ਕਿਸੇ ਵੀ ਪਾਰਟੀ ਦੇ, ਔਰ ਇਹ ਰਿਕਾਰਡ 'ਚ ਆਏ ਤਾਂ ਨਹੀਂ ਮੈਂ ਅੱਜ ਤੁਹਾਡੇ ਕੋਲੇ ਗੱਲ ਕਹਿ ਰਿਹਾ, ਨਾ ਅਕਾਲੀ ਦਲ, ਨਾ ਆਮ ਆਦਮੀ ਪਾਰਟੀ, ਨਾ ਕਿਸੇ ਇੰਡੀਪੈਂਡੈਂਟ ਦੇ ਇੱਕ ਵੀ ਬੰਦੇ ਦੇ ਪਰਚਾ ਰੱਦ ਨਹੀਂ ਹੋਇਆ। ਔਰ ਜੇ ਕਿਸੇ ਦਾ ਗਲਤ ਵੀ ਭਰਿਆ ਸੀ ਤੇ ਉਹਨੂੰ ਬੁਲਾ ਕੇ ਔਰ ਵੀਡੀਓਗ੍ਰਾਫੀ 'ਚ ਕਿਹਾ ਵੀ ਇਹਨੂੰ ਠੀਕ ਕਰ, ਇਹ ਤੇਰਾ ਗਲਤ ਹੈ, ਨਹੀਂ ਤਾਂ ਰੱਦ ਨਾ ਹੋ ਜੇ। ਔਰ ਬਠਿੰਡੇ ਦੇ ਵਿੱਚ ਇੱਕ ਮਤਲਬ ਦੇਖੋ ਗੱਲ ਇਹ ਹੈ, ਮੈਨੂੰ 25 ਸਾਲ ਰਾਜਨੀਤੀ 'ਚ ਹੋ ਗਏ, ਜੇ ਉੱਥੇ ਧੱਕਾ ਹੁੰਦਾ ਜਾਂ ਕਿਸੇ ਨਾਲ ਅਸੀਂ ਧੱਕੇ ਨਾਲ ਕਿਸੇ ਨੂੰ ਵੋਟਾਂ 'ਚ ਹਰਾ ਦਿੰਦੇ ਜਾਂ ਕਾਗਜ਼ ਰਿਜੈਕਟ ਕਰਾ ਦਿੰਦੇ, ਮੇਰਾ 8 ਮਹੀਨਿਆਂ 'ਚ ਅਗਲਾ ਇਲੈਕਸ਼ਨ ਹੈ, ਮੇਰਾ ਅਗਲਾ 8 ਮਹੀਨਿਆਂ ਵਾਲਾ ਇਲੈਕਸ਼ਨ ਮੇਰਾ ਖਰਾਬ ਹੋ ਜਾਊਗਾ, ਕਿਉਂਕਿ ਮੈਂ ਅਗਲਾ ਇਲੈਕਸ਼ਨ ਜਿਹੜਾ ਹੈ ਮੈਂ ਆਪਣਾ ਖਰਾਬ ਨਹੀਂ ਕਰਨਾ ਚਾਹੁੰਦਾ, ਇਹ ਲੋਕਲ ਇਲੈਕਸ਼ਨ ਦੇ ਕਰ। ਔਰ 53 ਸਾਲ ਬਾਅਦ ਜੇ ਬਠਿੰਡੇ 'ਚ ਕਾਂਗਰਸ ਦਾ ਮੇਅਰ ਬਣ ਚਾ ਰਿਹਾ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਤਾਂ ਇਤਬਾਰ ਕਰਦੇ ਹੀ ਹੈ। ਚਲੋ ਅਮਨਪ੍ਰੀਤ ਜੀ, ਇੱਕ ਸਵਾਲ ਹੈ, ਤੁਸੀਂ ਕਿਸਾਨਾਂ ਦਾ ਜ਼ਿਕਰ ਕੀਤਾ ਕਿ ਕਿਸਾਨਾਂ ਦੇ ਸੰਪੂਰਨ ਕਰਜ਼ ਨਹੀਂ ਮਾਫ ਕਰ ਪਾਏ ਕਿਉਂਕਿ ਮੁਲਾਜ਼ਮਾਂ ਨੂੰ ਸੈਲਰੀ ਵੀ ਦੇਣੀ ਹੈ, ਹੋਰ ਖਰਚੇ ਵੀ ਚਲਾਉਣੇ ਆ। ਲੇਕਿਨ ਸੂਬੇ ਦੇ ਵਿੱਚ ਪਿਛਲੇ 4 ਸਾਲਾਂ ਦੇ ਵਿੱਚ ਜਿਹੜੀਆਂ 1500 ਮੌਤਾਂ ਹੋਈਆਂ, ਉਸ ਦਾ ਜ਼ਿੰਮੇਦਾਰ ਕੌਣ ਹੈ? ਪਿਓ ਪੁੱਤ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸੁਸਾਈਡ ਨੋਟ ਤੱਕ ਲਿਖਿਆ ਕਿ ਸਾਡੇ ਕੋਲ ਇੰਨਾ ਕਰਜ਼ ਸੀ ਕਿ ਆਪਾਂ ਉਸ ਦਾ ਭੁਗਤਾਨ ਨਹੀਂ ਕਰ ਸਕੇ, ਔਰ ਦੋਨੋਂ ਪਿਓ ਪੁੱਤ ਆਪਣੀ ਜੀਵਨ ਲੀਲਾ ਸਮਾਪਤ ਕਰਦੇ ਨਜ਼ਰ ਆਏ। ਇਸ ਦਾ ਜ਼ਿੰਮੇਦਾਰ ਕੌਣ ਹੈ? ਕਿਉਂਕਿ ਵਾਅਦਾ ਤੁਸੀਂ ਕੀਤਾ ਸੀ, ਘਰ ਘਰ ਜਾ ਕੇ ਫਾਰਮ ਭਰਵਾਏ ਗਏ ਸੀ ਕਿ ਤੁਹਾਡਾ ਸੰਪੂਰਨ ਕਰਜ਼ ਮਾਫ ਹੋਏਗਾ, ਔਰ ਦੇਸ਼ ਦੇ ਸਭ ਤੋਂ ਵੱਡੇ ਅਰਥ ਸ਼ਾਸਤਰੀ ਤੋਂ ਜਿਸ ਦੇ ਉੱਪਰ ਪੰਜਾਬੀ ਖਾਸ ਕਰਕੇ ਜ਼ਿਆਦਾ ਇਤਬਾਰ ਕਰਦੇ, ਡਾਕਟਰ ਮਨਮੋਹਨ ਸਿੰਘ, ਉਹਨਾਂ ਤੋਂ ਮੈਨੀਫੈਸਟੋ ਜਾਰੀ ਕਰਾਇਆ ਗਿਆ। ਦੇਖੋ, ਪੰਜਾਬ ਪਹਿਲਾ ਸੂਬਾ ਸੀ ਜਿਹਨੇ ਕਰਜ਼ ਮਾਫੀ ਦੀ ਸਕੀਮ ਚਲਾਈ। ਅੱਜ ਵੀ ਜਿਹੜਾ ਖੇਤ ਮਜ਼ਦੂਰ ਦੀ 523 ਕਿ 526 ਕਰੋੜ ਮਾਫ ਕੀਤਾ ਹੈ। ਅੱਜ ਤੱਕ ਮੈਨੂੰ ਲੱਗਦਾ ਕੋਈ ਇੰਡੀਆ 'ਚ ਕੋਈ ਸੂਬਾ ਨਹੀਂ ਹੋਣਾ ਜਿਹਨੇ ਖੇਤ ਮਜ਼ਦੂਰ ਦੇ ਵੀ ਕਰਜ਼ੇ ਮਾਫ ਕੀਤੇ ਹੈ, ਕਿਉਂਕਿ ਖੇਤ ਮਜ਼ਦੂਰ ਵੀ ਤਾਂ ਖੇਤ 'ਚ ਕੰਮ ਕਰਦਾ ਹੈ, ਉਹਦੇ ਕੋਲੇ ਜ਼ਮੀਨ ਹੈ ਨਹੀਂ, ਅੱਡ ਗੱਲ ਹੈ, ਪਰ ਕਰਜ਼ੇ ਤਾਂ ਉਹਦੇ ਕੋਲੇ ਵੀ ਹੈ। ਸੋ ਇਹ ਮੈਂ ਫਿਰ ਕਹਿਣਾ ਕਿ ਇਹ ਜਿਹੜੇ ਕੰਪੀਟਿੰਗ ਇੰਟਰਸਟ ਹੁੰਦੇ ਆ, ਉਹਨਾਂ ਨੂੰ ਬੈਲੈਂਸ ਕਰਨਾ ਤਾਂ ਬੜਾ ਜ਼ਰੂਰੀ ਹੈ। ਹਸਪਤਾਲ ਬੰਦ ਨਹੀਂ ਕਰ ਸਕਦੇ, ਸਕੂਲ ਬੰਦ ਨਹੀਂ ਕਰ ਸਕਦੇ, ਜੇਲ੍ਹਾਂ ਖੋਲ੍ਹ ਨਹੀਂ ਸਕਦੇ, ਨਹਿਰਾਂ ਦਾ ਨਿਜ਼ਾਮ ਰੋਕ ਨਹੀਂ ਸਕਦੇ। ਜਿੰਨੀ ਸਰਕਾਰ ਦੀ ਹੈਸੀਅਤ ਹੈ, ਅਸੀਂ ਐਗਰੀਕਲਚਰ ਵਾਸਤੇ ਇਨ ਟਰਮਸ ਆਫ ਫ੍ਰੀ ਪਾਵਰ ਐਤਕੀ ਜਿਹੜੀ ਐਲੋਕੇਸ਼ਨ ਰੱਖੀਆਂ, ਔਰ ਐਗਰੀਕਲਚਰ ਦੇ ਨਾਲ ਇਰੀਗੇਸ਼ਨ ਦੀਆਂ ਜਿਹੜੀਆਂ ਐਲੋਕੇਸ਼ਨ ਰੱਖੀਆਂ, ਡੇਅਰੀ ਡਿਵੈਲਪਮੈਂਟ ਦੀਆਂ ਰੱਖੀਆਂ, ਮੈਨੂੰ ਲੱਗਦਾ ਘੱਟ ਨਹੀਂ। ਔਰ ਪੰਜਾਬ ਵਾਹਦ ਸੂਬਾ ਹੈ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ, ਉਹਦੇ ਜੇ ਕੋਈ ਕਿਸਾਨ ਬਾਰਡਰ ਤੇ ਸ਼ਹੀਦ ਹੁੰਦਾ ਹੈ, ਉਹਦੇ ਪਰਿਵਾਰ ਨੂੰ ਸਰਕਾਰੀ, ਤੁਸੀਂ ਇੰਡੀਆ ਦਾ ਇੱਕ ਵੀ ਮਤਲਬ ਸੂਬਾ ਗਿਣਾ ਦਿਓ ਜਿਹੜਾ ਸਰਕਾਰੀ ਨੌਕਰੀ ਦਿੰਦਾ, ਜਿਹੜਾ 5 ਲੱਖ ਦੀ ਕੰਪਨਸੇਸ਼ਨ ਦਿੰਦਾ। ਸੋ ਜੋ ਪੰਜਾਬ ਦੇ ਅਖਤਿਆਰ 'ਚ ਹੈ, ਜੇ ਕੋਈ ਕਹੋ ਕਿ ਸਾਰਾ ਸਰਕਾਰ ਨੇ ਸਾਰਾ ਢਾਂਚਾ ਦੇਖਣਾ, ਤੁਸੀਂ ਸਾਰੇ ਜਣੇ ਆਪਦੇ ਘਰੇ ਆਰਾਮ ਨਾਲ ਪੈ ਜਾਓ,
ਇਹ ਤਾਂ ਮੁਮਕਿਨ ਨਹੀਂ ਹੈ, ਬਟ ਅਸੀਂ ਪੰਜਾਬ ਦੇ ਵਿੱਚ ਇੱਕ ਮਾਹੌਲ ਵੀ ਪੈਦਾ ਕਰਨਾ ਹੈ ਕਿ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਲੋਕ ਇੱਜ਼ਤ ਦੀ ਰੋਟੀ ਖਾ ਸਕਣ, ਕਿਸਾਨ ਪੈਰਾਂ ਤੇ ਖੜਾ ਹੋ ਸਕੇ। ਔਰ ਉਹਦੇ ਲਈ ਮੈਨੂੰ ਲੱਗਦਾ ਜਿਹੜੀ ਅਸੀਂ ਕੋਸ਼ਿਸ਼ ਕੀਤੀ ਹੈ, ਔਰ ਜਿਸ ਸਥਾਨ ਤੇ ਪੰਜਾਬ ਦੀ ਇਕਨੋਮੀ ਤਾਂ ਨਹੀਂ, ਸਟੇਟ ਫਾਈਨੈਂਸਿਸ ਪਹੁੰਚ ਚੁੱਕੇ ਹੈ, ਮੈਨੂੰ ਲੱਗਦਾ ਹੈ ਇਹ ਕਈ ਦਹਾਕਿਆਂ ਤੋਂ ਇਸ ਕਿਸਮ ਦੀ ਤਸਵੀਰ ਸਟੇਟ ਫਾਈਨੈਂਸਿਸ ਦੀ ਨਹੀਂ ਬਣੀ। ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਯਾਰ ਤੁਹਾਡੇ ਕੋਲੇ ਪੈਸੇ ਕਿੱਥੋਂ ਆਏ? ਇਹ ਸਾਡੀ ਤਕਦੀਰ ਹੈ, ਇਹ ਕੁਦਰਤ ਨੇ ਸਾਡੀ ਮਦਦ ਕਰਤੀ। ਫਾਈਨੈਂਸ ਕਮਿਸ਼ਨ ਨੇ ਸਿਫਾਰਸ਼ਾਤ ਦੇ ਵਿੱਚ ਸਾਡੇ ਕੋਲੇ ਸਾਡਾ ਜਿਹੜਾ TRR ਹੈ, ਟੋਟਲ ਟੈਕਸ ਰੈਵਨਿਊ, ਇਹ ਅਕਾਲੀ ਦਲ ਨਾਲੋਂ ਦੁੱਗਣਾ ਹੋ ਗਿਆ। ਸੋ ਇਸ ਕਿਸਮ ਦੇ ਹਾਲਾਤ ਜਿਹੜੇ ਕੁਦਰਤ ਨੇ ਬਣਾਤੇ। ਸਰ, ਇੱਕ ਆਖਰੀ ਸਵਾਲ, ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਬਜਟ ਹੈ, ਆਹ ਬਜਟ ਇੰਨਾ ਕੁ ਜਨਤਾ ਦੇ ਲਈ, ਜਨਤਾ ਦੇ ਸਰੋਕਾਰ ਨਾਲ ਜੁੜਿਆ ਹੈ ਕਿ ਤੁਸੀਂ ਆਉਣ ਵਾਲੇ ਸਮਾਂ ਦੇ ਵਿੱਚ ਵੀ ਬਜਟ ਪੇਸ਼ ਕਰਦੇ ਨਜ਼ਰ ਆਓਗੇ? ਆ ਜਿਹੜੀ ਕੁਰਸੀ ਤੇ ਅੱਜ ਤੁਸੀਂ ਬੈਠੇ ਹੋ, ਇਸ ਕੁਰਸੀ ਤੇ ਦੁਬਾਰਾ ਕਾਬਿਜ਼ ਹੋ ਪਾਓਗੇ? ਦੇਖੋ, ਪਰਮਾਤਮਾ ਨੂੰ ਜੇ ਇੱਕ ਚੀਜ਼ ਬੰਦੇ 'ਚ ਨਾ ਪਸੰਦ ਹੈ ਜਾਂ ਪਰਮਾਤਮਾ ਨਫ਼ਰਤ ਕਰਦਾ ਹੈ, ਤੇ ਉਹ ਹੰਕਾਰ ਨਾ, ਗਰੂਰ ਤੇ ਤਕੱਬਰ। ਸੋ ਮੈਂ ਤਾਂ ਇਹ ਨਹੀਂ ਕਹੂੰਗਾ ਕਿ ਮੈਂ ਅਗਲੀ ਵਾਰੀ ਇਸ ਕੁਰਸੀ ਤੇ ਬੈਠਾ ਹੋਊਂਗਾ ਜਾਂ ਮੇਰੀ ਸਰਕਾਰ ਬਣੂਗੀ। ਬਹਰਹਾਲ ਜਿੰਨੀ ਕੁ ਪਰਮਾਤਮਾ ਨੇ ਮੈਨੂੰ ਅਕਲ ਦਿੱਤੀ ਸੀ ਔਰ ਜਿੰਨੀ ਕੁ ਹੈਸੀਅਤ ਮੇਰੀ ਸੀ, ਮੈਂ ਜਿਸ ਦਿਨ ਪਰਮਾਤਮਾ ਦੀ ਕਚਹਿਰੀ 'ਚ ਪੇਸ਼ ਹੋਊਂਗਾ, ਲੋਕਾਂ ਦੀ ਕਚਹਿਰੀ 'ਚ ਤਾਂ ਨਹੀਂ, ਪਰ ਜਿਸ ਦਿਨ ਪਰਮਾਤਮਾ ਦੀ ਕਚਹਿਰੀ 'ਚ, ਮੈਂ ਪਰਮਾਤਮਾ ਨੂੰ ਇਹ ਤਾਂ ਕਹਿ ਸਕੂੰਗਾ ਕਿ ਪਰਮਾਤਮਾ, ਮੈਂ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਪਰਮਾਤਮਾ ਦੇ ਸਾਹਮਣੇ ਆਪਣੇ ਆਪ ਨੂੰ ਸੁਰਖਰੂ ਸਮਝੂੰਗਾ। ਸੁਰਖਰੂ ਸਮਝੂੰਗਾ ਪਰਮਾਤਮਾ ਦੇ ਸਾਹਮਣੇ, ਕਿਉਂਕਿ ਮੈਂ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਹਿਣਾ ਹੈ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ, ਜਿਹੜਾ ਆਪਣੇ ਜੀਵਨ ਦਾ 9ਵਾਂ ਬਜਟ ਅੱਜ ਪੇਸ਼ ਕਰਦੇ ਹੋਏ ਨਜ਼ਰ ਆਏ।